Welcome to all. This is our class 6 of modern history. We are doing spectrum. ਤੇ ਇਸ ਤੋਂ ਪਹਿਲਾਂ ਆਪਾਂ 5 ਕਲਾਸਾਂ ਲਗਾ ਚੁੱਕੇ ਹਾਂ। 5th ਕਲਾਸ ਦੇ ਵਿੱਚ ਆਪਾਂ ਐਕਸਟ੍ਰੀਮਿਸਟ ਫੇਸ ਦੇਖਿਆ ਸੀਗਾ 1905 ਤੋਂ ਲੈ ਕੇ 1909 ਤੱਕ। ਹੁਣ ਉਸ ਤੋਂ ਬਾਅਦ ਜਦੋਂ ਐਕਸਟ੍ਰੀਮਿਸਟ ਆਪਣੇ ਆਬਜੈਕਟਿਵਸ ਦੇ ਵਿੱਚ ਫੇਲ ਹੋ ਜਾਂਦੇ ਨੇ, ਉਸ ਤੋਂ ਬਾਅਦ ਇੱਕ ਨਵਾਂ ਫੇਜ਼ ਆਉਂਦਾ ਹੈ ਇੰਡੀਵਿਜੂਅਲ ਟੈਰਰਿਜ਼ਮ 1907 ਤੋਂ ਲੈ ਕੇ 1917। ਇਹਦੇ ਵਿੱਚ ਇੰਡੀਵਿਜੂਅਲ ਹੀਰੋਇਕ ਐਕਸ਼ਨਸ ਹੁੰਦੇ ਨੇ, ਯਾਨੀ ਕਿ ਇੱਕ ਪਹਿਲਾਂ ਹੁੰਦੇ ਸੀਗੇ ਮਾਸ ਬੇਸਡ ਸਟਰਗਲ, ਹੁਣ ਉਸ ਤੋਂ ਬਾਅਦ ਇਹ ਇੱਕ ਇੰਡੀਵਿਜੂਅਲ ਲੈਵਲ 'ਤੇ ਸਟਾਰਟ ਹੁੰਦੀ ਹੈ ਸਟਰਗਲ। ਇਹਦੇ ਵਿੱਚ ਜਿਹੜੇ ਸਾਡੇ ਯੰਗ ਨੈਸ਼ਨਲਿਸਟ ਨੇ ਉਹ ਫੋਲੋ ਕਰਦੇ ਨੇ ਆਇਰਿਸ਼ ਅਤੇ ਜਿਹੜੇ ਰਸ਼ੀਅਨ ਨੈਸ਼ਨਲਿਸਟ ਨੇ ਉਹਨਾਂ ਦੀਆਂ ਸਟ੍ਰੈਟਜੀ ਨੂੰ। ਉਹਨਾਂ ਦੁਆਰਾ ਉਹਨਾਂ ਦੇ ਦੇਸ਼ ਦੇ ਵਿੱਚ ਰੈਵੋਲੂਸ਼ਨ ਲਿਆਉਣ ਦੇ ਤਰੀਕੇ ਸੀਗੇ, ਉਹ ਤਰੀਕੇ ਹੁਣ ਸਾਡੇ ਯੰਗ ਨੈਸ਼ਨਲਿਸਟ ਫੋਲੋ ਕਰਦੇ ਨੇ, ਜਿਹਦੇ ਵਿੱਚ ਆ ਜਾਂਦੇ ਨੇ ਹੀਰੋਇਕ ਐਕਸ਼ਨਸ। ਜਿਵੇਂ ਕਿ ਇਹ ਇੱਕ ਔਰਗਨਾਈਜ਼ ਅਸੈਸੀਨੇਸ਼ਨ ਕਰਦੇ ਨੇ, ਜਿਹੜੇ ਅਨਪੋਪੂਲਰ ਬ੍ਰਿਟਿਸ਼ ਆਫੀਸ਼ੀਅਲਸ ਹੁੰਦੇ ਨੇ ਉਹਨਾਂ ਨੂੰ ਮਰਡਰ ਕਰਦੇ ਨੇ, ਤਾਂ ਜੋ ਉਹਨਾਂ ਬ੍ਰਿਟਿਸ਼ ਰੂਲਰਸ ਦੇ ਮਨਾਂ ਦੇ ਵਿੱਚ, ਦਿਲਾਂ ਦੇ ਵਿੱਚ ਇੱਕ ਭੈ ਭਰਿਆ ਜਾਵੇ ਅਤੇ ਹਿੰਦੁਸਤਾਨੀਆਂ ਦੇ ਮਨਾਂ ਦੇ ਵਿੱਚੋਂ ਜਿਹੜੀ ਬ੍ਰਿਟਿਸ਼ ਅਥਾਰਟੀ ਆ ਉਹਨਾਂ ਦਾ ਡਰ ਖਤਮ ਕੀਤਾ ਜਾ ਸਕੇ। ਇਹ ਇਹਨਾਂ ਦਾ ਮੇਨ ਮੋਟਿਵ ਹੁੰਦਾ ਜਿਹੜੇ ਆਪਣੇ ਇੰਡੀਵਿਜੂਅਲ ਹੀਰੋਇਜ਼ਮ ਕਰਦੇ ਨੇ। ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਜਿਹੜੀ ਔਰਗਨਾਈਜੇਸ਼ਨ ਮੰਨਦੀ ਆ ਉਹ ਹੈਗੀ ਆ ਅਨੁਸ਼ੀਲਨ ਸਮਿਤੀ ਇਨ ਕੈਲਕਟਾ ਇਨ 1902। ਸਤੀਸ਼ ਚੰਦਰ ਬੋਸ ਅਨੁਸ਼ੀਲਨ ਸਮਿਤੀ ਇਹਨਾਂ ਨੂੰ ਬਣਾਉਂਦਾ। ਇਸ ਔਰਗਨਾਈਜੇਸ਼ਨ ਨੂੰ ਇੱਕ ਸੀਕਰੇਟ ਸੁਸਾਇਟੀ ਹੈ। ਇਸ ਸੁਸਾਇਟੀ ਦੇ ਅੰਡਰ ਕਈ ਕੰਮ ਹੁੰਦੇ ਨੇ। ਸਭ ਤੋਂ ਜਿਹੜਾ ਇੰਪੋਰਟੈਂਟ ਆਉਂਦਾ, ਯਾਨੀ ਕਿ ਜਿਹੜਾ ਮੇਨ ਆ, ਉਹ ਹੈਗਾ ਅਲੀਪੁਰ ਕੌਂਸਪੀਰੇਸੀ ਕੇਸ, ਜਾਂ ਫਿਰ ਉਹਨੂੰ ਆਪਾਂ ਕਹਿ ਸਕਦੇ ਹਾਂ ਮੁਜ਼ੱਫਰਪੁਰ ਕੇਸ 1908। ਇਸ ਕੇਸ ਦੇ ਵਿੱਚ ਜਿਹੜਾ ਮੇਨ ਬੰਦਾ ਹੁੰਦਾ ਪ੍ਰਫੁੱਲਾ ਚੱਕੀ ਐਂਡ ਖੁਦੀਰਾਮ ਬੋਸ। ਪ੍ਰਫੁੱਲਾ ਚੌਕੀ ਐਂਡ ਖੁਦੀਰਾਮ ਬੋਸ ਇਹ ਬੰਬ ਸਿੱਟਦੇ ਨੇ ਇੱਕ ਬੱਗੀ ਦੇ ਉੱਪਰ, ਜਿਨ੍ਹਾਂ ਵਿੱਚ ਉਹਨਾਂ ਨੂੰ ਲੱਗਦਾ ਹੈ ਇੱਕ ਵਾਈਟ ਜੱਜ ਜਾ ਰਿਹਾ ਜਿਹਦਾ ਨਾਮ ਹੈ ਕਿੰਗਸਫੋਰਡ। ਇਹ ਕਿੰਗਸਫੋਰਡ ਨੂੰ ਮਾਰਨਾ ਚਾਹੁੰਦੇ ਸੀਗੇ ਅਤੇ ਬੱਗੀ ਦੇ ਉੱਪਰ ਇਸੀ ਸੋਚ ਨਾਲ ਬੰਬ ਸਿੱਟ ਦਿੰਦੇ ਨੇ, ਬਟ ਬਦਕਿਸਮਤੀ ਨਾਲ ਉਹ ਉਸਦੇ ਵਿੱਚ ਨਹੀਂ ਹੁੰਦਾ ਅਤੇ ਉਹਦੀ ਥਾਂ 'ਤੇ 2 ਇਨੋਸੈਂਟ ਬ੍ਰਿਟਿਸ਼ ਲੇਡੀਜ਼ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਐਕਸ਼ਨ ਕਰਦੀ ਹੈ ਉਹ ਇਹਨਾਂ ਨੂੰ ਫੜਦੀ ਹੈ, ਜਿਹਦੇ ਵਿੱਚ ਜਿਹੜਾ ਖੁਦੀਰਾਮ ਬੋਸ ਹੈ ਜਦੋਂ ਇਹਨੂੰ ਫੜਨ ਲੱਗਦੇ ਨੇ ਇਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਉਸੇ ਪੁਆਇੰਟ ਦੇ ਉੱਪਰ, ਗਨ ਪੁਆਇੰਟ ਦੇ ਉੱਪਰ ਆਪਣੇ ਗੋਲੀ ਮਾਰ ਲੈਂਦਾ। ਅਤੇ ਨੈਕਸਟ ਜਿਹੜਾ ਹੱਥ ਵਿੱਚ ਇਹਨਾਂ ਦੇ ਆ ਜਾਂਦਾ ਹੈ ਉਹ ਹੈਗਾ ਖੁਦੀਰਾਮ ਬੋਸ। ਪ੍ਰਫੁੱਲਾ ਚੱਕੀ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਅਤੇ ਜਿਹੜਾ ਖੁਦੀਰਾਮ ਬੋਸ ਹੈ ਇਹਨੂੰ ਪੁਲਿਸ ਫਾਹੇ ਲਾ ਦਿੰਦੀ ਹੈ, ਯਾਨੀ ਕਿ ਹੈਂਗਡ ਟਿਲ ਡੈਥ। ਇਸੀ ਕੇਸ ਦੇ ਵਿੱਚ ਜਿਹੜੇ ਔਰਬਿੰਦੋ ਘੋਸ਼, ਯਾਨੀ ਕਿ ਜਿਹੜੇ ਘੋਸ਼ ਬ੍ਰਦਰਸ ਨੇ, ਜਿਹਦੇ ਵਿੱਚ ਔਰਬਿੰਦੋ ਘੋਸ਼ ਅਤੇ ਬਰਿੰਦਰਨਾਥ ਘੋਸ਼, ਇਹਨਾਂ ਦੀ ਅਰੈਸਟ ਹੋ ਜਾਂਦੀ ਹੈ। ਅਤੇ ਇਹਨਾਂ ਦੇ ਕੇਸ ਨੂੰ ਲੀਡ ਕਰਦਾ ਚਿਤਰੰਜਨ ਦਾਸ ਜਿਹੜਾ ਬੰਦਾ, ਇਹ ਔਰਬਿੰਦੋ ਘੋਸ਼ ਨੂੰ ਇਹਦੇ ਕੇਸ ਨੂੰ ਲੀਡ ਕਰਦਾ ਹੈ ਅਤੇ ਇਹਨੂੰ ਬਚਾ ਲੈਂਦਾ ਹੈ ਔਰਬਿੰਦੋ ਘੋਸ਼ ਨੂੰ। ਬਟ ਜਿਹੜਾ ਇਹਦਾ ਭਰਾ ਹੁੰਦਾ ਬਰਿੰਦਰ ਘੋਸ਼, ਇਹਨੂੰ ਨਹੀਂ ਬਚਾਇਆ ਜਾ ਸਕਦਾ ਅਤੇ ਇਹਨੂੰ ਉਮਰ ਕੈਦ ਦੀ ਸਜ਼ਾ ਅੰਗਰੇਜ਼ ਸਰਕਾਰ ਦੁਆਰਾ ਦੇ ਦਿੱਤੀ ਜਾਂਦੀ ਹੈ। ਅਤੇ ਜਦੋਂ ਇਹ ਟਰਾਇਲਸ ਚੱਲ ਰਹੇ ਹੁੰਦੇ ਨੇ, ਇਹਨਾਂ ਦੇ ਵਿੱਚ ਇੱਕ ਜਿਹੜਾ ਬੰਦਾ ਹੁੰਦਾ ਨਰਿੰਦਰ ਗੋਸਵਾਮੀ ਜਾਂ ਫਿਰ ਨਰਿੰਦਰ ਗੋਸਾਈ ਵੀ ਕਈ ਵਾਰ ਨਾਮ ਇਹਦਾ ਲਿਖਿਆ ਜਾਂਦਾ, ਅਪਰੂਵਰ ਬਣ ਜਾਂਦਾ ਹੈ, ਇਹਨਾਂ ਨੂੰ ਧੋਖਾ ਦਿੰਦਾ ਆਪਣੇ ਰੈਵੋਲੂਸ਼ਨਰੀਜ਼ ਨੂੰ। ਇਹਦੇ ਚੱਲਦੇ ਜਿਹੜੇ ਜੇਲ੍ਹ ਦੇ ਵਿੱਚ 2 ਇਹਦੇ ਸਾਥੀ ਹੁੰਦੇ ਨੇ, ਸਤਿੰਦਰ ਨਾਥ ਬੋਸ ਅਤੇ ਕਨ੍ਹਈਆ ਲਾਲ ਦੱਤਾ, ਇਹਨੂੰ ਦੋਨੇ ਜਾਣੇ ਮਾਰ ਦਿੰਦੇ ਨੇ। ਫਿਰ ਉਸ ਤੋਂ ਬਾਅਦ ਇੱਕ ਈਵੈਂਟ ਆਉਂਦਾ ਹੈ ਬਾਰਾ ਡਕੈਤੀ 1908 ਦੇ ਵਿੱਚ। ਇਸ ਨਾਮ ਤੋਂ ਹੀ ਜਿਵੇਂ ਲੱਗ ਰਿਹਾ ਡਕੈਤੀ, ਇਹ ਜਿਹੜੇ ਰੈਵੋਲੂਸ਼ਨਰੀਜ਼ ਹੁੰਦੇ ਸੀ ਆਪਣੇ ਕੰਮਾਂ ਨੂੰ ਫਾਈਨਾਂਸ ਕਰਨ ਲਈ, ਆਪਣੀ ਐਕਟੀਵਿਟੀਜ਼ ਨੂੰ ਫਾਈਨਾਂਸ ਕਰਨ ਦੇ ਲਈ ਡਕੈਤੀਆਂ ਕਰਦੇ ਹੁੰਦੇ ਸੀਗੇ। ਅਤੇ ਇਸੀ ਬਾਰਾ ਡਕੈਤੀ ਦਾ ਵੀ ਇਹੀ ਏਮ ਸੀਗਾ, ਔਰਗਨਾਈਜ਼ਡ ਬਾਏ ਪੁਲੀਨ ਦਾਸ ਨੇ ਇਹਨੂੰ ਔਰਗਨਾਈਜ਼ ਕੀਤਾ ਸੀ ਟੂ ਰੇਜ਼ ਫੰਡਸ ਫॉर ਰੈਵੋਲੂਸ਼ਨਰੀ ਐਕਟੀਵਿਟੀਜ਼। ਨੈਕਸਟ ਆਪਣੇ ਕੋਲ ਜਿਹੜਾ ਰਸ ਬਿਹਾਰੀ ਬੋਸ ਅਤੇ ਸਚਿਨ ਸਨਿਆਲ, ਇਹ ਬੰਬ ਅਟੈਕ ਕਰਦੇ ਨੇ ਵਾਇਸਰਾਏ ਹਡਿੰਗੇ ਦੇ ਉੱਪਰ। ਬੰਬ ਨਾਲ ਅਟੈਕ ਕਰਦੇ ਨੇ। ਮਾਰਕੀਟ ਦੇ ਵਿੱਚ ਬੰਦਾ ਜਾ ਰਿਹਾ ਸੀਗਾ ਜੋ ਉਸੇ ਵਕਤ 1911 'ਚ ਜਿਹੜੀ ਆਪਣੀ ਦਿੱਲੀ ਕੈਪੀਟਲ ਬਣਦੀ ਹੈ, ਉਸ ਤੋਂ ਬਾਅਦ ਇਹ ਆਪਣੀ ਆਫੀਸ਼ੀਅਲ ਵਿਜ਼ਿਟ 'ਤੇ ਜਾ ਰਿਹਾ ਸੀਗਾ ਹਡਿੰਗੇ 1912 ਦਸੰਬਰ ਦੇ ਵਿੱਚ। ਅਤੇ ਜਿਸ ਦੌਰਾਨ ਇਹਨਾਂ ਦੇ ਉੱਪਰ, ਇਸ ਦੇ ਬੰਦੇ ਦੇ ਉੱਪਰ, ਅੰਗਰੇਜ਼ ਦੇ ਉੱਪਰ ਰਸ ਬਿਹਾਰੀ ਬੋਸ ਅਤੇ ਸਚਿਨ ਸਨਿਆਲ ਬੰਬ ਨਾਲ ਅਟੈਕ ਕਰਦੇ ਨੇ, ਬਟ ਇਹ ਬਚ ਜਾਂਦਾ ਹੈ, ਸਿਰਫ ਇੰਜਰਡ ਹੀ ਹੁੰਦਾ ਹੈ। ਅਤੇ ਨੈਕਸਟ ਆਪਣੇ ਕੋਲ ਆ ਜਾਂਦੀ ਹੈ ਇੱਕ ਔਰਗਨਾਈਜੇਸ਼ਨ ਜੁਗੰਤਰ। ਇਹਨੂੰ ਜੁਗੰਤਰ ਜੇ ਨਾਲ ਵੀ ਲਿਖਿਆ ਜਾਂਦਾ ਅਤੇ ਵਾਈ ਨਾਲ ਵੀ, ਯੁਗੰਤਰ ਪਾਰਟੀ। ਇਹਨੂੰ ਐਸਟੈਬਲਿਸ਼ ਕਰਨ ਵਾਲਾ ਬੰਦਾ ਜਤਿੰਦਰ ਨਾਥ ਮੁਖਰਜੀ ਜਾਂ ਫਿਰ ਬਾਗਾ ਜਤਿਨ, ਇੱਕੋ ਹੀ ਨਾਮ ਹੈ, 2 ਬੰਦੇ ਦੇ ਇੱਕੋ ਹੀ ਨਾਮ ਨੇ, ਇੱਕ ਹੀ ਨਾਮ ਹੈ, ਚਾਹੇ ਉਹਨੂੰ ਜਤਿੰਦਰ ਨਾਥ ਮੁਖਰਜੀ ਕਹਿ ਲਓ ਜਾਂ ਫਿਰ ਬਾਗਾ ਜਤਿਨ। ਇਹ ਆਪਣੀ ਜੁਗੰਤਰ ਪਾਰਟੀ ਬਣਾਉਂਦੇ ਨੇ, ਔਰਗਨਾਈਜ਼ ਕਰਦੇ ਨੇ ਅਤੇ
इस पार्टी का जी सीक्रेट सोसाइटी आ एक प्लान फ्रेम करते हैं जिन्होंने नाम देंगे ने जर्मन प्लॉट या फिर जिमरमान प्लान या फिर जर्मन प्लॉट, ये इन्हों का एक प्लान होंगे। 1914 जो अपनी वर्ल्ड वार पहली लगी हुई सी, ये इंपोर्ट करते हैं जर्मन वैपन्स ते एम्यूनीशन, हथियार ते धमाका खेस समग्री ये जर्मन तो इंडिया के लैके आते हैं रेवोल्यूशनरीज की, जोड़े अब्रॉड अपने रेवोल्यूशनरी होंगे ने उन्होंने हैल्प के नाल। इन्हों का प्लान होंगे कि आप फोर्ट विलियम कलकत्ता वो पर कब्जा करांगे तो उत्थों की जी आर्मड फोर्सिस ने वो म्यूटनी करनगियां तो पूरे हिंदुस्तान दे विच असीं अपनी जी रेवोल्यूशनरी है वो डंका बजा देंगे, यानी कि आपां पैन इंडिया लैवल के उपर अपनी जी एक्टिविटी आ स्टार्ट कर देंगे। बट ये जो प्लान है ये गुरीला वारफेयर करना चाहते थे, बट जो प्लान है लीक हो जाता है, यानी कि नाल धोखा हो जाता है। इन्होंने एक बंदा धोखा दे दिंदा है जिहदे करके प्लान फेल हो जाता है। तो जतेंद्र नाथ मुखर्जी नूं जदों ये अपनी कंसाइनमेंट लैन के लिए उड़ीसा के खड़िया होंदा है तो पुलिस नूं पता होंदा कि बंदा उरे कंसाइनमेंट लैन आया, तो पुलिस इहनूं गोली मार दिंदी है, तो इहदी उत्थे बंदे की मौत हो जाती है 1915 के विच बालासोर उड़ीसा के विच। इसी तरह महाराष्ट्र के विच जिहड़ियां सीक्रेट ऑर्गेनाइजेशनस वो काम करदियां ने, जिहदे विचों एक फेमस है 1897 के विच जिहड़े चेपकर ब्रदर्स ने, चेपकर ब्रदर्स जिन्हों का नाम है दमोदर दास ते बालाकृष्णा, दमोदर दास चेपकर ते बालाकृष्णा चेपकर। ये 1897 के विच एक मर्डर कर देंगे ने प्लेग कमिश्नर ऑफ पूना, दैट इज़ रंड एक प्लेग कमिशन सी पूने का, इनू चेपकर ब्रदर्स मौत के घाट उतार देंगे ने। इसी तरह एक होर इंपॉर्टेंट अपनी महाराष्ट्र के विच सीक्रेट सोसाइटी है मित्र मेला। मित्र मेले नूं ऑर्गेनाइज करते हैं सावरकर ब्रदर्स इन 1899। आप इन्ना याद रखना, मित्रा मेला ऑर्गेनाइज्ड बाय सावरकर ब्रदर्स। यह है अभिनव भारत सोसाइटी, इनू भी जी ऑर्गेनाइज आ सावरकर ब्रदर्स करते हैं 1904 के विच। जी मित्र मेला बनी सी 1899 के विच, वो मर्ज हो जाती है 1904 जाके अभिनव भारत के विच। अभिनव भारत भी सावरकर ब्रदर्स की ही फाउंड की हुई सोसाइटी सी, सीक्रेट सोसाइटी। इसी तरह पंजाब दे विच भी कुछ सीक्रेट सोसाइटीज़ चलदियां ने, जिन्हां दे विच जिहड़ा अजीत सिंह है, अजीत सिंह जिहड़ा भगत सिंह दा अंकल है, एक सीक्रेट सोसाइटी चलाता है जिन्हां दा नाम है, जिसका नाम है अंजुमने मोहिशिबन वतन। ये लाहौर दे विच खुलदी है। तो उसी तरह जिहड़ा इस तो बाद जिहड़ी ब्रिटिश सरकार है वो इसकी कार्रवाई नूं दबा दिंदी है, जिहदे विच चलदे लाला लाजपत राय ते अजीत सिंह इन्हों डिपोर्ट कर दिता जाता है मैंडले जेल बर्मा दे विच। फिर उस तो बाद जी रेवोल्यूशनरी एक्टिविटीज़ आप इंडिया देखियाँ, हुण आप एबरॉड के देखते हैं उत्थे किहड़ियां चल रही सीगियां। वो सब तो इंपॉर्टेंट जी एग्जाम के भी कई बार आया क्वेश्चन, श्यामजी कृष्णा वर्मा। श्यामजी कृष्णा वर्मा एक स्टार्ट करते हैं इंडियन होम रूल सोसाइटी लंडन के विच। जी इंडिया हाउस है उस सोसाइटी का नाम, ये जो एम होंगे अपने इंडियन स्टूडेंट्स को स्कॉलरशिप देना। तो एक इन्हों का जर्नल होंगे इंडियन सोशोलॉजिस्ट। जो इंडियन सोशोलॉजिस्ट जर्नल है ये जोड़े आर्टिकल्स छाप के जोड़े अपने रेडिकल इंडियंस ने उन्होंने इकट्ठा करते हैं, तो उस तो बाद उन्होंने अपने हिंदुस्तान दे विच कार्रवाई पाने के लिए एकत्रित करता जाता है। फिर मदन लाल ढींगरा ये असैसीनेट करता है करजन वेली इन लंडन 1909 के विच। मदन लाल ढींगरा ये मार दिंदा है करजन वेली जोड़ा कि ब्रिटिश ऑफिसर सीगा 1909 के लंडन के विच, मदन लाल ढींगरा का मर्डर कर दिंदा है। नैक्सट एक जर्नल आता है, जर्नल यानी कि अखबार वंदे मातरम। वंदे मातरम अखबार मैडम बीका जी कामा जी पारसी कम्यूनिटी को बिलोंग करती है, मैडम बीका जी कामा ये लंडन के अखबार स्टार्ट करती है वंदे मातरम। फिर उस 1913 के एक गदर पार्टी फॉर्म होंदी है जिहदे हैडकुआटर ने सैन फ्रांसिस्को US, फाउंडिड बाय लाला हरदयाल। तो जिहड़ा पहला प्रेजिडेंट होंदा है वो हैगा सोहन सिंह भखना। गदर पार्टी तो बाद जिहड़ा गदर का अखबार है वह नाम है गदर वीकली, ये वीकली एक न्यूज़पेपर है इन्हों का गदर। उस तो बाद एक इंपॉर्टेंट इंसीडेंट आता 1914 का कामा घाटा मारू। पेपर के पर कई तरह के क्वेश्चन फ्रेम होंगे ने कामा घाटा मारू के उपर। जिहड़ा कामा घाटा मारू है एक शिप का नाम है, यह जापानी जहाज़ सी स्टीमर, एक जापानी जहाज़ है जिहड़ा कि सिख ते हिंदुआं नूं पंजाबियां नूं वैंको यह चलता हांगकॉन्ग सिंगापुर तो वैंकूवर लैके जा रहा सी कनेडा। जी कनेडियन अथॉरिटीज़ आ इनू अलाउ नहीं करदियां उत्थे एंकर करन नूं, फिर जहाज़ नूं वापस मोड़ दिता जाता है।
ਤੇ ਵਾਪਸ ਇਹ ਆਪਣੇ ਜਦੋਂ ਇੰਡੀਆ 'ਚ ਆਉਂਦਾ ਹੈ, ਕਲਕੱਤਾ ਦੀ ਜਗ੍ਹਾ 'ਤੇ ਉੱਪਰ ਆਉਂਦਾ ਬਜਬਜ ਪੋਰਟ। ਕਲਕੱਤਾ 'ਚ ਇਹ ਬਜਬਜ ਪੋਰਟ ਦੇ ਕੋਲ ਆ ਕੇ ਰੁਕਦਾ ਹੈ, ਜਿਹਦੇ ਵਿੱਚ ਜਿਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਹਕੂਮਤ ਹੈ ਇਹਦੇ ਉੱਪਰ ਫਾਇਰਿੰਗ ਕਰ ਦਿੰਦੀ ਹੈ। ਜਦੋਂ ਫਾਇਰਿੰਗ ਕਰਦੀ ਹੈ ਸੋਹਣ ਸਿੰਘ ਮਖਣਾ ਤਾਂ ਬਚ ਕੇ ਨਿਕਲ ਜਾਂਦਾ ਹੈ, ਬਟ ਉੱਥੇ 22 ਬੰਦੇ ਮਾਰੇ ਜਾਂਦੇ ਨੇ ਇਸ ਪੋਰਟ ਦੇ ਉੱਪਰ। ਇਹ ਸੀ ਅੱਜ ਆਪਣਾ ਇੱਕ ਛੋਟਾ ਜਿਹਾ ਲੈਕਚਰ, ਜਿਸ ਦੇ ਵਿੱਚ ਆਪਾਂ ਕੁਛ ਇੰਪੋਰਟੈਂਟ ਇੰਡੀਵਿਜੂਅਲ ਜਿਹੜੀਆਂ ਸੀਕਰੇਟ ਸੁਸਾਇਟੀ ਸੀਗੀਆਂ, ਇੰਡੀਵਿਜੂਅਲ ਹੀਰੋਇਜ਼ਮ ਉਹਦੇ ਬਾਰੇ ਜਾਣਿਆ ਅਤੇ ਸੀਕਰੇਟ ਸੁਸਾਇਟੀਜ਼ ਬਾਰੇ ਜਾਣਿਆ, ਜਿਹਦੇ 'ਚ ਆਪਾਂ ਨੂੰ ਐਗਜ਼ਾਮ ਦੇ ਉੱਪਰ ਕਈ ਤਰ੍ਹਾਂ ਦੇ ਕਾਫੀ ਕੁਐਸਚਨਸ ਆਉਂਦੇ ਨੇ। ਇਸ ਦੇ ਵਿੱਚੋਂ ਇਹ ਟੋਟਲੀ ਫੈਕਟ ਬੇਸ ਆ, ਆਪਾਂ ਸਿਰਫ ਚੀਜ਼ਾਂ ਯਾਦ ਰੱਖਣੀਆਂ ਨੇ ਅਤੇ ਇੱਕ ਕਰੋਨੋਲੋਜੀਕਲ ਆਰਡਰ ਯਾਦ ਰੱਖਣਾ। ਅਤੇ ਆਪਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਅਤੇ ਸ਼ੇਅਰ, ਸਬਸਕ੍ਰਾਈਬ, ਲਾਈਕ ਅਤੇ ਪ੍ਰੈਸ ਬੈਲ ਆਈਕਨ। ਥੈਂਕ ਯੂ।